सोरठ महला पंजवा। जागै सिमरन सब कश पाइए, बिरथी काल न जाई। तिस प्रभ त्याग अवर कत राचो, जो सब मह रहिया समाई। हर हर सिमरो संत गोपाला, साध संग मिल नाम त्यावु। पूरन होवे काला रहाऊ। सार संभालै नित प्रतिपालै, प्रेम सहत गल लावै। कहु नानक प्रभ तुमरे बिसरत, जगत जीवन कैसे पावै। सार संभालै नित प्रतिपालै, प्रेम सहत गल लावै। कहो नानक प्रभ तुमरे बिसरत, जगत जीवन कैसे पावै। वाहिगुरु जी का खालसा, वाहिगुरु जी की फतेह। गुरु गरीब निवाज दसां पातशाहियां दी जोत, साहिब सतगुरु श्री गुरु ग्रंथ साहिब महाराज जी दे पावन पवित्र चरनां दे अंदर सुभाईमान अति सत्कारयोग गुरु रूप गुरु सवारी साध संगत जीओ। आप जी ने बड़े प्यार दे विच भेज के लड़ीवार धन गुरु ग्रंथ साहिब महाराज जी की शब्द विचार जो चल रही है, लड़ी दे विचों धन गुरु अर्जन साहिब महाराज जी का सोरठ राग का उच्चारण किया शब्द सरवण किया है। पावन शब्द धन सतगुरु गुरु ग्रंथ साहिब जी के पावन पवित्र अंग 617 के उपर सुभाईमान है। आओ शब्द की विचार की आरंभता तो पहला जिन्हें भी आप गुरमुख जन बैठे हो, मन बिरतियां नूं एकाग्र करते हुए फतेह प्रवान करो। आखो जी वाहिगुरु जी का खालसा, वाहिगुरु जी की फतेह। धन सतगुरु गुरु अर्जन साहिब महाराज जी अपने पावन मुखार बिंद तो अज दे बख्शे इस शब्द के राही जो उपदेश बख्शिश कर रहे ने, साडे अंदर बड़ी दृढ़ता विश्वास बख्शिश करने वाला है। सतगुरु जी ने यह वचन किया है कि वो अकाल पुरख परमात्मा जिहड़ा सारी धरती नूं पालण वाला है, उस परमात्मा का सिमरन करो, उन्होंने याद करो। जिवें पहला लड़ी दे विच सतगुरु गुरु अर्जन साहिब महाराज कहते आ रहे हैं, और ये गल कही कि एक गल चेते विच रखियो, अपने जहन विच रखियो, जे असी मालक परमात्मा नूं चेते करते हाँ, उन्होंने याद करते हाँ, उहदे गुणां नूं कमाउंदे हाँ, उहदे दर दी सेवा करते हाँ, उहदी ये बनाई हुई मनुखता दी लुकाई दी सेवा करते हैं। आ गल अपने चेते विच हमेशा रखियो कि वो मालक साडी कीती हुई सेवा व्यर्थ नहीं जान दिंदा। वो मालक साडी कीती हुई सेवा कदी
ਵਿਅਰਥ ਨਹੀਂ ਜਾਣ ਦੇਗਾ, ਉਹਦੇ ਦਰ ਦੇ ਉੱਤੇ ਉਹ ਸੇਵਾ ਪ੍ਰਵਾਨ ਹੁੰਦੀ ਹੈ। ਸਤਿਗੁਰੂ ਕਹਿੰਦੇ ਇਹ ਆਪਣੇ ਮਨ ਵਿੱਚੋਂ ਕੱਢ ਦੇ ਕਿ ਮੈਂ ਮਿਹਨਤ ਕੀਤੀ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਯਾਦ ਕੀਤਾ, ਮੈਂ ਇੰਨੇ ਪਾਠ ਕੀਤੇ, ਮੈਨੂੰ ਇਹਦਾ ਫਲ ਕਿਉਂ ਨਹੀਂ ਮਿਲਿਆ, ਮੈਨੂੰ ਇਹਦਾ ਲਾਹਾ ਕਿਉਂ ਨਹੀਂ ਮਿਲਿਆ। ਸਤਿਗੁਰੂ ਕਹਿੰਦੇ ਨਹੀਂ, ਤੇਰੀ ਸੋਚ ਐਵੇਂ ਦੀ ਹੋ ਸਕਦੀ ਹੈ, ਪਰ ਮੇਰਾ ਮਾਲਕ, ਮੇਰਾ ਗੁਰੂ, ਉਹ ਕੀਤੀ ਹੋਈ ਸੇਵਾ ਨੂੰ ਕਦੀ ਵਿਅਰਥ ਨਹੀਂ ਜਾਣ ਦਿੰਦਾ। ਹਾਂ, ਸਿਆਣਿਆਂ ਦੇ ਜਿਹੜੇ ਬੋਲ ਨੇ ਕਿ ਉਹਦੇ ਘਰ ਦੇ ਵਿੱਚ, ਉਹਦੇ ਦਰ ਦੇ ਉੱਤੇ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ, ਇਹ ਹਕੀਕਤ ਹੈ। ਹੁਣ ਤੁਸੀਂ ਕਹੋਗੇ ਕਿ ਇਹ ਸ਼ਬਦ ਕਿਉਂ, ਮੈਂ ਇਹਨੂੰ ਐਵੇਂ ਲਵਾਂ, ਬੱਚਾ ਮਾਂ ਬਾਪ ਨੇ ਪਾਲਿਆ ਤੇ 12, 13, 14 ਸਾਲਾਂ ਦਾ ਹੋ ਗਿਆ। ਆ ਗੱਲ ਨੂੰ ਸਮਝਿਓ, 15 ਸਾਲਾਂ ਦਾ ਹੋ ਗਿਆ। ਬੱਚੇ ਨੇ ਬਾਪ ਦੇ ਅੱਗੇ ਇੱਕ ਸ਼ਰਤ ਰੱਖੀ ਕਿ ਜੇ ਮੈਂ ਇਸ ਵਾਰੀ ਆਪਣੀ ਕਲਾਸ ਦੇ ਵਿੱਚੋਂ ਫਸਟ ਆ ਗਿਆ, ਮੈਂ ਮੈਰਿਟ ਦੇ ਵਿੱਚ ਆ ਗਿਆ, ਤੇ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਮੈਂ ਪਾਸ ਹੋਣ ਤੋਂ ਬਾਅਦ ਬਾਈਕ ਲਵਾਂਗਾ, ਮੋਟਰਸਾਈਕਲ ਲਵਾਂਗਾ। ਹੁਣ ਬਾਪ ਨੇ ਬੱਚਾ ਚੰਗੇ ਨੰਬਰਾਂ ਵਿੱਚ ਪਾਸ ਹੋਵੇ, ਪੜ੍ਹਨ ਦੇ ਲਈ ਲਗਨ ਲਾ ਕੇ ਰੱਖੇ, ਮਿਹਨਤ ਕਰੇ, ਇਸ ਕਰਕੇ ਬਾਪ ਨੇ ਕਹਿ ਦਿੱਤਾ ਕਿ ਹਾਂ, ਜੇ ਤੂੰ ਚੰਗੇ ਨੰਬਰਾਂ ਵਿੱਚ ਪਾਸ ਹੋ ਗਿਆ, ਮੈਰਿਟ ਆ ਗਈ, ਮੈਂ ਤੈਨੂੰ ਪਾਸ ਹੋਣ ਤੋਂ ਬਾਅਦ, ਤੈਨੂੰ ਮੈਰਿਟ ਵਿੱਚ ਆਉਣ ਤੋਂ ਬਾਅਦ ਮੋਟਰਸਾਈਕਲ ਲੈ ਕੇ ਦੇ ਦੇਵਾਂਗਾ। ਬੱਚੇ ਨੇ ਮਿਹਨਤ ਕੀਤੀ ਔਰ ਉਹਨੇ ਜਿੰਨੇ % ਨੰਬਰ ਕਹੇ ਸੀ, ਜਿੰਨੇ ਪ੍ਰਤੀਸ਼ਤ ਨੰਬਰ ਕਹੇ ਸੀ, ਉਹਨੇ ਨੰਬਰ ਪ੍ਰਾਪਤ ਕਰ ਲਏ, ਮੈਰਿਟ ਵਿੱਚ ਨਾ ਆ ਗਿਆ। ਹੁਣ ਬੜਾ ਬਾਪ ਵੀ ਖੁਸ਼ ਹੈ, ਬੱਚਾ ਵੀ ਖੁਸ਼ ਹੈ, ਪਰਿਵਾਰ ਵੀ ਖੁਸ਼ ਹੈ, ਤੇ ਉਸ ਖੁਸ਼ੀ ਦੇ ਵਿੱਚ ਹੁਣ ਬਾਪ ਨੂੰ ਪੁੱਤਰ ਕਹਿੰਦਾ ਪਾਪਾ, ਪਿਤਾ ਜੀ, ਮੈਂ ਤੁਹਾਡੇ ਨਾਲ ਇੱਕ ਵਚਨ ਸਾਂਝਾ ਕੀਤਾ ਸੀ ਕਿ ਜਿਸ ਦਿਨ ਮੇਰੀ ਮੈਰਿਟ ਸੂਚੀ ਦੇ ਵਿੱਚ ਨਾਂ ਆ ਗਿਆ, ਜਿਸ ਦਿਨ ਮੈਂ ਇੰਨੇ ਪ੍ਰਤੀਸ਼ਤ ਨੰਬਰ ਲੈ ਗਿਆ, ਮੈਨੂੰ ਬਾਈਕ ਲੈ ਕੇ ਦਿਓ। ਤੁਸੀਂ ਕਿਹਾ ਸੀ ਕਿ ਹਾਂ ਲੈ ਕੇ ਦੇਵਾਂਗਾ, ਹੁਣ ਮੈਨੂੰ ਬਾਈਕ ਲੈ ਕੇ ਦਿਓ। ਬਾਪ ਕਹਿੰਦਾ ਹੈ ਥੋੜਾ ਸਮਾਂ ਲੱਗੇਗਾ, ਲੈ ਦੇਵਾਂਗਾ। ਉਹ ਕਹਿੰਦਾ ਨਹੀਂ, ਅੱਜ ਹੀ ਲੈ ਕੇ ਦਿਓ। ਪਿਤਾ ਕਹਿੰਦਾ ਨਹੀਂ, ਅਜੇ ਨਹੀਂ, ਅਜੇ ਰੁਕ ਜਾ। 2-4 ਦਿਨ ਨਿਕਲੇ, ਉਹਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਬਾਈਕ ਲੈ ਕੇ ਦਿਓ। ਪਿਤਾ ਕਹਿੰਦਾ ਅਜੇ ਰੁਕ। ਫਿਰ 2-4 ਦਿਨ ਨਿਕਲੇ, ਫਿਰ ਉਸੇ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ, ਮੈਨੂੰ ਬਾਈਕ ਲੈ ਕੇ ਦਿਓ। ਪਿਤਾ ਕਹਿੰਦਾ ਅਜੇ ਥੋੜਾ ਸਮਾਂ ਲੱਗੇਗਾ, ਮੈਂ ਲੈ ਦੇਵਾਂਗਾ, ਇੰਨਾ ਤੇਰੇ ਨਾਲ ਵਾਅਦਾ ਰਿਹਾ, ਲੈ ਦੇਵਾਂਗਾ, ਪਰ ਸਮਾਂ ਲੱਗੇਗਾ। ਉਹ ਕਹਿੰਦਾ ਦੱਸੋ ਕਿੰਨੇ ਦਿਨ ਲੱਗਣਗੇ? ਉਹ ਕਹਿੰਦਾ ਦਿਨ ਨਹੀਂ, ਸਾਲ ਲੱਗਣਗੇ। ਕਹਿੰਦਾ ਨਹੀਂ, ਇਹ ਗਲਤ ਗੱਲ ਹੈ, ਤੁਸੀਂ ਤੇ ਮੇਰੇ ਨਾਲ ਵਾਅਦਾ ਕੀਤਾ ਸੀ, ਮੈਂ ਉਸ ਵਾਅਦੇ ਦੇ ਮੁਤਾਬਕ ਮੈਰਿਟ ਵਿੱਚ ਆਇਆ, ਪਾਸ ਹੋਇਆ ਚੰਗੇ ਨੰਬਰਾਂ ਦੇ ਵਿੱਚ, ਹੁਣ ਤੁਸੀਂ ਮੁੱਕਰ ਰਹੇ ਹੋ ਆਪਣੇ ਵਾਅਦੇ ਤੋਂ। ਅਸੀਂ ਵੀ ਸ਼ਾਇਦ ਇੰਨੀ ਕੁ ਗੱਲ ਨੂੰ ਦੇਖ ਕੇ ਸੋਚੀਏ ਕਿ ਹਾਂ, ਪਿਤਾ ਗਲਤ ਕਰ ਰਿਹਾ, ਉਹਨੇ ਜੇ ਵਾਅਦਾ ਕੀਤਾ ਤੇ ਆਪਣੇ ਪੁੱਤਰ ਨੂੰ ਉਹਨੂੰ ਬਾਈਕ ਲੈ ਕੇ ਦੇ ਦੇਣੀ ਚਾਹੀਦੀ। ਹੁਣ ਪਿਤਾ ਨੂੰ ਪੁੱਛ ਕੇ ਵੇਖੀਏ ਕਿ ਸੱਜਣਾ, ਤੂੰ ਉਹਨੂੰ ਬਾਈਕ ਕਿਉਂ ਨਹੀਂ ਲੈ ਕੇ ਦੇ ਰਿਹਾ? ਤੂੰ ਤੇ ਵਾਅਦਾ ਕੀਤਾ ਸੀ, ਤੂੰ ਤੇ ਆਪਣੇ ਪੁੱਤਰ ਨਾਲ ਇਹ ਵਾਅਦਾ ਕੀਤਾ ਸੀ ਕਿ ਜੇ ਚੰਗੇ ਨੰਬਰ ਆ ਗਏ ਤੇ ਤੂੰ ਬਾਈਕ ਲੈ ਕੇ ਦੇਵੇਂਗਾ, ਹੁਣ ਲੈ ਕੇ ਕਿਉਂ ਨਹੀਂ ਦੇ ਰਿਹਾ? ਇਹ ਤੇਰੀ ਗਲਤੀ ਹੈ। ਉਹਦਾ ਪਿਤਾ ਬੜਾ ਸੋਹਣਾ ਜਵਾਬ ਦਿੰਦਾ ਹੈ, ਕਹਿਣ ਲੱਗਾ ਵੀਰਿਆ, ਕੋਈ ਸ਼ੱਕ ਨਹੀਂ, ਜੇ ਮੈਂ ਅੱਜ ਚਾਹਾਂ ਤੇ ਮੈਂ ਬਾਈਕ ਲਿਆ ਕੇ ਦੇ ਸਕਦਾ ਹਾਂ, ਪਰ ਨਹੀਂ ਲੈ ਕੇ ਦੇਣੀ। ਕਾਰਨ ਕਹਿੰਦਾ ਕਿਉਂਕਿ ਇਹਦੀ 18 ਸਾਲ ਦੀ ਉਮਰ ਨਹੀਂ ਹੋਈ, ਕਾਨੂੰਨਨ ਤੌਰ ਤੇ ਇਹ ਬਾਈਕ ਨਹੀਂ ਚਲਾ ਸਕਦਾ। ਉਮਰ ਦੇ ਕਰਕੇ
ਇਹਨੂੰ ਅਜੇ ਅਭਿਆਸ ਵੀ ਨਹੀਂ। ਇਸੇ ਕਰਕੇ ਸਰਕਾਰ ਨੇ ਇਹ ਰੂਲ ਬਣਾਇਆ ਕਿ 18 ਸਾਲ ਤੋਂ ਉੱਪਰ ਵਾਲਾ ਉਹਦਾ ਲਾਇਸੈਂਸ ਬਣੇਗਾ, ਡਰਾਈਵਿੰਗ ਲਾਇਸੈਂਸ। ਇਹਦੀ ਉਮਰ ਘੱਟ ਹੈ, ਇਸ ਕਰਕੇ ਇਹਦਾ ਲਾਇਸੈਂਸ ਵੀ ਨਹੀਂ ਬਣ ਸਕਦਾ, ਕਾਨੂੰਨਨ ਤੌਰ ਤੇ ਇਹ ਬਾਈਕ ਚਲਾ ਨਹੀਂ ਸਕਦਾ। ਫਿਰ ਇਹਦੀ ਉਮਰ ਵੀ ਘੱਟ ਹੈ, ਅਜੇ ਕੱਦ ਵੀ ਘੱਟ ਹੈ। ਕੱਲ ਨੂੰ ਕਿਤੇ ਐਕਸੀਡੈਂਟ ਹੋ ਗਿਆ, ਇਹਨੂੰ ਸੱਟ ਪਿੱਟ ਲੱਗ ਗਈ, ਫਿਰ ਜੂ ਪਛਤਾਵਾਂਗੇ। ਉਹਦੇ ਨਾਲੋਂ ਚੰਗਾ ਹੈ ਜਿਸ ਦਿਨ ਇਹ 18 ਦਾ ਹੋ ਜਾਏਗਾ, ਕਾਨੂੰਨਨ ਤੌਰ ਤੇ ਇਹਨੂੰ ਮਾਨਤਾ ਮਿਲ ਜਾਏਗੀ, ਇਹਦੇ ਸਾਰੇ ਕਾਗਜ਼ ਪੂਰੇ ਹੋ ਜਾਣਗੇ, ਮੈਂ ਆਪਣੇ ਆਪ ਇਹਨੂੰ ਬਾਈਕ ਲੈ ਦੇਵਾਂਗਾ। ਵਾਅਦਾ ਮੈਂ ਕੀਤਾ, ਪਰ ਸਮਾਂ ਆਉਣ ਤੇ ਮੈਂ ਲੈ ਦੇਵਾਂਗਾ। ਫਿਰ ਪਤਾ ਲੱਗੇਗਾ ਕਿ ਹਾਂ ਬਾਪ ਠੀਕ ਹੈ। ਬਸ ਇਸੇ ਤਰ੍ਹਾਂ ਘਾਲ ਅਸੀਂ ਕਮਾਉਣੀ ਹੈ, ਮਿਹਨਤ ਅਸੀਂ ਕਰਨੀ ਹੈ, ਮਸ਼ੱਕਤ ਅਸੀਂ ਘਾਲਣੀ ਹੈ, ਸੇਵਾ ਅਸੀਂ ਕਰਨੀ ਹੈ। ਪਰ ਸੇਵਾ ਕਰਕੇ ਕਹੀਏ ਮੈਂ ਅੱਜ ਸੇਵਾ ਕੀਤੀ, ਮੈਨੂੰ ਅੱਜ ਫਲ ਦੇ ਦਿਓ, ਨਹੀਂ। ਇਹ ਮੇਰੇ ਮਾਲਕ ਨੂੰ ਪਤਾ ਹੈ, ਉਹਨੇ ਇਹਨੂੰ ਫਲ ਕਦੋਂ ਲਾਉਣਾ ਹੈ। ਸਾਡਾ ਫਰਜ਼ ਹੈ ਸੇਵਾ ਕਰਨ ਦਾ। ਅਸੀਂ ਆਪਣਾ ਫਰਜ਼ ਪਛਾਣੀਏ, ਮਾਲਕ ਆਪਣਾ ਫਰਜ਼ ਪਛਾਣੇਗਾ, ਪ੍ਰਭੂ ਆਪਣਾ ਫਰਜ਼ ਪਛਾਣੇਗਾ। ਸਾਨੂੰ ਨਹੀਂ ਪਤਾ, ਅਸੀਂ ਜਿੱਦ ਕਰਦੇ ਮੈਨੂੰ ਅੱਜ ਹੀ ਚਾਹੀਦੀ, ਮੈਨੂੰ ਇਹ ਦਾਤ ਅੱਜ ਹੀ ਚਾਹੀਦੀ, ਮੈਨੂੰ ਇਹ ਪਦਾਰਥ ਅੱਜ ਹੀ ਚਾਹੀਦਾ। ਅਸੀਂ ਜਿੱਦ ਕਰਦੇ ਹਾਂ, ਮੈਂ ਵੀ ਵਿੱਚੇ ਸ਼ਾਮਲ ਹਾਂ। ਅਸੀਂ ਅਰਦਾਸਾਂ ਕਰਦੇ ਮੈਨੂੰ ਇਹ ਦਾਤ ਦਿਓ, ਮੈਂ ਇੰਨੀਆਂ ਅਰਦਾਸਾਂ ਕੀਤੀਆਂ ਮੈਨੂੰ ਕਿਉਂ ਨਹੀਂ ਮਿਲੀ, ਮੈਂ ਇੰਨੇ ਪਾਠ ਕੀਤੇ ਮੈਨੂੰ ਕਿਉਂ ਨਹੀਂ ਮਿਲੀ। ਮਾਫ ਕਰਿਓ, ਕਈ ਵਾਰੀ ਤੇ ਅਸੀਂ ਗੁਰੂ ਤੋਂ ਮੁੱਖ ਮੋੜ ਲੈਨੇ, ਰੱਬ ਤੋਂ ਮੁੱਖ ਮੋੜ ਲੈਨੇ। ਕਾਹਦੇ ਕਰਕੇ? ਜੀ ਮੈਂ ਇੰਨੀ ਸੇਵਾ ਕੀਤੀ, ਮੈਂ ਇੰਨੇ ਪਾਠ ਕੀਤੇ, ਮੈਨੂੰ ਕੀ ਮਿਲਿਆ? ਨਹੀਂ ਪਿਆਰਿਓ, ਜਿਵੇਂ ਦੁਨਿਆਵੀ ਤੌਰ ਤੇ ਬਾਪ ਨੂੰ ਪਤਾ ਕਿ ਇਹ ਕਾਨੂੰਨਨ ਤੌਰ ਤੇ ਅਜੇ ਇਸ ਚੀਜ਼ ਦਾ ਦਾਅਵੇਦਾਰ ਨਹੀਂ ਹੈ, ਕਾਨੂੰਨਨ ਤੌਰ ਤੇ ਇਹਨੂੰ ਇਹ ਚੀਜ਼ ਲੈ ਕੇ ਨਹੀਂ ਦਿੱਤੀ ਜਾ ਸਕਦੀ। ਬੱਚਾ ਕਹਿ ਦਵੇ ਮੈਂ ਵਿਆਹ ਕਰਨਾ ਜੀ, ਬਾਪ ਨੂੰ ਪਤਾ ਕਾਨੂੰਨਨ ਤੌਰ ਤੇ ਵਿਆਹ ਨਹੀਂ ਕਰ ਸਕਦੇ। ਕਈ ਵਾਰੀ ਹੁੰਦਾ ਨਾ, ਬੱਚਾ ਕਹਿੰਦਾ ਮੈਂ ਵਿਆਹ ਕਰਨਾ ਜੀ, ਬਾਪ ਨੂੰ ਪਤਾ ਕਾਨੂੰਨਨ ਤੌਰ ਤੇ ਵਿਆਹ ਨਹੀਂ ਹੋ ਸਕਦਾ। ਹੁਣ ਬੱਚੇ ਨੂੰ ਬਾਪ ਮਨਾ ਕਰਦਾ, ਪਰਿਵਾਰ ਮਨਾ ਕਰਦਾ, ਰਿਸ਼ਤੇਦਾਰ ਮਨਾ ਕਰਦੇ, ਆਪਾਂ ਕਹੀਏ ਜੀ ਉਹਦੇ ਦਿਲ ਨੂੰ ਸੱਟ ਲੱਗੀ। ਅਸਲੀਅਤ ਦੇ ਵਿੱਚ ਮਾਂ ਬਾਪ ਨੂੰ ਪਤਾ ਹੈ ਕਿ ਬੱਚੇ ਨੂੰ ਕਿਹੜੇ ਸਮੇਂ ਕਿਹੜੀ ਚੀਜ਼ ਦੀ ਲੋੜ ਹੈ, ਕਿਹੜੀ ਚੀਜ਼ ਬੱਚੇ ਨੂੰ ਕਦੋਂ ਦੇਣੀ ਚਾਹੀਦੀ, ਉਹ ਮਾਂ ਬਾਪ ਨੂੰ ਪਤਾ ਹੈ। ਸਿਆਣੇ ਨੇ, ਸਮਝਦਾਰ ਨੇ। ਤੇ ਗੁਰਬਾਣੀ ਨੇ ਪ੍ਰਮਾਤਮਾ ਨੂੰ ਵੀ ਮਾਂ ਬਾਪ ਕਿਹਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਹੁਣ ਗੁਰੂ ਨੂੰ ਪਤਾ, ਪ੍ਰਮਾਤਮਾ ਨੂੰ ਪਤਾ ਇਹਨੂੰ ਕਿਹੜੀ ਚੀਜ਼ ਕਿਹੜੇ ਵੇਲੇ ਚਾਹੀਦੀ। ਆਪਾਂ ਜਿੱਦ ਕਰਦੇ ਮੈਨੂੰ ਹੁਣੇ ਚਾਹੀਦੀ, ਨਹੀਂ। ਅਸੀਂ ਆਪਣੀ ਘਾਲ ਕਮਾਈਏ, ਅਸੀਂ ਆਪਣੀ ਮਿਹਨਤ ਕਰੀਏ, ਮਾਲਕ ਉਹਨੂੰ ਫਲ ਲਾਏਗਾ। ਕਦੋਂ ਲਾਏਗਾ ਇਹ ਮਾਲਕ ਜਾਣੇ। ਹੋ ਸਕਦਾ ਤੁਹਾਡਾ ਕਿਸਾਨੀ ਕਿੱਤੇ ਨਾਲ ਥੋੜਾ ਬਹੁਤਾ ਸੰਬੰਧ ਹੋਵੇ, ਬਾਗਬਾਨੀ ਕਿੱਤੇ ਨਾਲ ਕਿਤੇ ਥੋੜਾ ਬਹੁਤਾ ਸੰਬੰਧ ਹੋਵੇ, ਜਾਂ ਸੁਣਿਆ ਪੜਿਆ ਹੋਵੇ। ਕਈ ਵਾਰੀ ਜਿਹੜੇ ਅਸੀਂ ਫਲਦਾਰ ਬੂਟੇ ਲਾਉਂਦੇ ਹਾਂ ਨਾ, ਕਈ ਫਲਦਾਰ ਬੂਟੇ ਹੁੰਦੇ ਨੇ ਜਿਹੜੇ ਸਾਲ ਬਾਅਦ ਫਲ ਦੇ ਦਿੰਦੇ ਨੇ, ਕਈ 2 ਸਾਲ ਬਾਅਦ ਫਲ ਦਿੰਦੇ ਨੇ, ਤੇ ਕਈ ਐਸੇ ਬੂਟੇ ਨੇ ਹੈ ਉਹ ਵੀ ਅੰਬ ਦੇ ਬੂਟੇ, ਪਰ ਉਹ 10ਵੀਂ ਸਾਲੀ ਜਾ ਕੇ ਫਲ ਦਿੰਦੇ ਨੇ। ਆਪਾਂ ਕਹੀਏ ਨਕੰਮਾ, ਨਹੀਂ। ਮਾਲਕ ਨੇ ਬੂਟਾ ਲਾ ਦਿੱਤਾ, ਫਲ ਉਹਨੂੰ ਕਦੋਂ ਲੱਗੇਗਾ ਇਹ ਉਹ ਬੂਟੇ ਦਾ ਮਾਲੀ ਦਾਅਵਾ ਨਹੀਂ ਕਰ ਸਕਦਾ। ਮਾਲੀ ਦਾ ਫਰਜ਼ ਸੀ ਉਹਨੂੰ ਪਾਣੀ ਪਾਉਣਾ, ਮਾਲੀ ਦਾ ਫਰਜ਼ ਸੀ ਉਹਦੀ ਗੋਡੀ ਕਰਨੀ, ਮਾਲੀ ਦਾ ਫਰਜ਼ ਸੀ ਉਹਦੀ ਸੰਭਾਲ ਕਰਨੀ, ਪਰ ਮਾਲੀ ਫਲ ਨਹੀਂ ਲਾ ਸਕਦਾ। ਫਲ ਮਾਲਕ ਨੇ ਲਾਉਣਾ ਹੈ, ਪ੍ਰਭੂ ਨੇ ਲਾਉਣਾ ਹੈ, ਉਹਦੇ ਨਿਯਮਾਂ ਦੇ ਵਿੱਚ ਉਹਨੂੰ ਫਲ ਲੱਗਣਾ ਹੈ, ਇਦਾਂ ਕਹਿ ਲਈਏ। ਬਸ ਇਸੇ ਤਰ੍ਹਾਂ ਮੈਂ ਇਹ ਤਾਂ ਬੇਨਤੀ ਕਰ ਰਿਹਾ, ਅਸੀਂ ਦਾਅਵੇ ਨਾ ਕਰੀਏ, ਸੇਵਾ ਕਰੀਏ, ਬਾਣੀ ਪੜ੍ਹੀਏ। ਬਹੁਤ ਚੰਗੀਆਂ ਗੱਲਾਂ ਨੇ, ਬਾਣੀ ਪੜ੍ਹਨੀ ਬਹੁਤ ਚੰਗੀ ਗੱਲ ਹੈ, ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ। ਸੇਵਾ ਕਰਨੀ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਹੈ। ਪਰ ਇਹ ਨਾ ਹੋਵੇ ਬਾਣੀ ਪੜ੍ਹ ਕੇ ਸੇਵਾ ਕਰਕੇ ਕਹੀਏ ਮੈਨੂੰ ਅੱਜ ਹੀ ਫਲ ਚਾਹੀਦਾ। ਨਹੀਂ,
ਅਸੀਂ ਬਾਣੀ ਪੜ੍ਹੀਏ, ਅਸੀਂ ਬਾਣੀ ਸਮਝੀਏ, ਗੁਰਬਾਣੀ ਨੂੰ ਜੀਵਨ ਵਿੱਚ ਕਮਾਈਏ, ਸੇਵਾ ਕਰੀਏ, ਪਰ ਫਲ ਦੀ ਆਸ ਨਾ ਰੱਖੀਏ। ਫਲ ਦੀ ਆਸ ਮਾਲਕ ਤੇ ਛੱਡੀਏ। ਮਾਲਕ ਜੀ ਤੂੰ ਮੇਰਾ ਮਾਂ ਬਾਪ ਹੈ, ਰਾਮਈਆ ਹਉ ਬਾਰਿਕ ਤੇਰਾ, ਅਸੀਂ ਤੇਰੇ ਬੱਚੇ ਆ। ਮੇਰੇ ਮਾਲਕ ਨੂੰ ਪਤਾ ਹੈ ਕਿ ਇਹ ਇਸ ਵਸਤੂ ਨੂੰ ਕਦੋਂ ਸੰਭਾਲ ਸਕਦਾ ਹੈ। ਜਦੋਂ ਉਹਨੂੰ ਪਤਾ ਨਾ ਕਿ ਇਹ ਇਸ ਵਸਤੂ ਨੂੰ ਹੁਣ ਸੰਭਾਲ ਸਕਦਾ, ਉਹ ਦੇ ਦੇਗਾ। ਜੇ ਉਹ ਪਹਿਲਾਂ ਵਸਤੂ ਦੇ ਦਿੰਦਾ, ਸਾਡੇ ਵਿੱਚ ਉਸ ਸੰਭਾਲਣ ਦੀ ਸ਼ਕਤੀ ਨਹੀਂ ਸੀ ਹੋਣੀ, ਸਮਰੱਥਾ ਨਹੀਂ ਸੀ ਹੋਣੀ। ਸਿੱਧਾ ਕਹਿ ਲਈਏ ਸਾਡਾ ਹਿਰਦੇ ਰੂਪੀ ਭਾਂਡਾ ਛੋਟਾ ਹੈ, ਅਸੀਂ ਉਸ ਵਸਤੂ ਨੂੰ ਸੰਭਾਲ ਨਹੀਂ ਸਕਦੇ। ਮਾਲਕ ਨੂੰ ਇਸ ਗੱਲ ਦਾ ਪਤਾ ਹੈ। ਜਿਸ ਦਿਨ ਸਾਡਾ ਇਹ ਭਾਂਡਾ ਵੱਡਾ ਹੋ ਗਿਆ, ਸੰਭਾਲਣ ਦੇ ਯੋਗ ਹੋ ਗਿਆ, ਮਾਲਕ ਦਾਤਾਂ ਨਾਲ ਭਰ ਦੇਗਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ। ਪਰ ਅਜੇ ਸਾਡੀ ਹਾਲਤ ਕੀ ਹੈ? ਅਸੀਂ ਸੇਵਾ ਕਰਕੇ, ਬਾਣੀ ਪੜ੍ਹ ਕੇ, ਉਹਨੂੰ ਯਾਦ ਕਰਕੇ ਫਿਰ ਇਹ ਦਾਅਵਾ ਕਰਦੇ ਜੀ ਮੈਨੂੰ ਦਾਤ ਦਿਓ, ਮੈਨੂੰ ਇਹ ਪਦਾਰਥ ਦਿਓ। ਉਹ ਨਹੀਂ ਦਿੰਦਾ, ਅਸੀਂ ਸ਼ਿਕਵੇ ਖੜੇ ਕਰ ਦਿੰਦੇ ਹਾਂ। ਔਰ ਮਾਫ ਕਰਨਾ, ਅੱਜ 90, 92, 95% ਵੀ ਜੇ ਮੈਂ ਕਹਿ ਦੇਵਾਂ ਗਲਤ ਨਹੀਂ ਹੋਏਗਾ, ਲੋਕ ਧਰਮ ਨਾਲੋਂ ਟੁੱਟ ਕੇ ਅਧਰਮੀਆਂ ਨਾਲ ਤਾਂ ਜੁੜੇ ਨੇ, ਅੰਧ ਵਿਸ਼ਵਾਸਾਂ ਨਾਲ ਤਾਂ ਜੁੜੇ ਨੇ, ਕਿਉਂਕਿ ਉਹ ਇਹ ਚੀਜ਼ ਸੋਚਦੇ ਨੇ ਇੱਥੋਂ ਨਹੀਂ ਮਿਲੀ ਅਸੀਂ ਉੱਥੋਂ ਲੈ ਲਵਾਂਗੇ। ਪਰ ਗੁਰੂ ਬਾਬਾ ਪਤਾ ਕੀ ਕਹਿੰਦਾ? ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਕਹਿੰਦੇ ਉੱਥੇ ਤੇ ਤਾਂ ਜਾਈਏ ਜੇ ਇੱਥੇ ਨਹੀਂ। ਇੱਥੇ ਸਭ ਕੁਝ ਹੈ, ਸਭ ਕੁਛ ਘਰ ਮੈਂ ਬਾਹਰ ਨਹੀਂ, ਸਭ ਕੁਝ ਇੱਥੇ ਹੈ, ਪਰ ਮਾਲਕ ਸਮੇਂ ਨਾਲ ਦਿੰਦਾ ਹੈ। ਉਹ ਸਿਆਣਾ ਹੈ, ਉਹ ਸਮਝਦਾਰ ਹੈ, ਉਹਨੂੰ ਪਤਾ ਹੈ ਇਸ ਚੀਜ਼ ਦੀ ਲੋੜ ਕਦੋਂ ਹੈ, ਉਹ ਆਪਣੇ ਆਪ ਦੇ ਦੇਗਾ। ਅਸੀਂ ਫਲ ਦੀ ਇੱਛਾ ਤੋਂ ਰਹਿਤ ਹੋ ਕੇ ਉਹਨੂੰ ਯਾਦ ਕਰੀਏ, ਉਹਦੀ ਸੇਵਾ ਕਰੀਏ, ਲੁਕਾਈ ਦੀ ਸੇਵਾ ਕਰੀਏ, ਮਾਲਕ ਆਪਣੇ ਆਪ ਫਲ ਦੇ ਦੇਗਾ। ਸਾਨੂੰ ਫਲ ਦੀ ਆਸ ਨਹੀਂ ਰੱਖਣੀ ਚਾਹੀਦੀ। ਜਦੋਂ ਅਸੀਂ ਫਲ ਦੀ ਆਸ ਰੱਖ ਕੇ ਕੋਈ ਕੰਮ ਕਰਦੇ ਹਾਂ, ਫਿਰ ਉਦੋਂ ਕੰਮ ਖਰਾਬ ਹੋ ਜਾਂਦਾ ਹੈ। ਜਦੋਂ ਅਸੀਂ ਆਪਣੇ ਜੀਵਨ ਵਿੱਚ ਫਲ ਦੀ ਆਸ ਰੱਖ ਕੇ ਕੋਈ ਕਾਰਜ ਕਰਦੇ ਹਾਂ, ਫਿਰ ਮਾਫ ਕਰਿਓ, ਉਹ ਸੇਵਾ ਨਹੀਂ ਰਹਿ ਜਾਂਦੀ, ਉਹ ਤੇ ਨੌਕਰੀ ਹੋ ਜਾਂਦੀ ਹੈ। ਹੁਣ ਵੇਖੋ ਗੱਲ ਨੂੰ ਸਮਝਣ ਵਾਸਤੇ, ਲੰਗਰ ਦੇ ਵਿੱਚ ਅਸੀਂ ਕਹਿੰਦੇ ਜੀ ਸੇਵਾ ਕਰੋ। ਕੀ ਆ ਸੇਵਾ? ਕੋਈ ਪ੍ਰਸ਼ਾਦੇ ਪਕਾ ਰਿਹਾ, ਕੋਈ ਪ੍ਰਸ਼ਾਦੇ ਵਰਤਾ ਰਿਹਾ, ਕੋਈ ਸਬਜ਼ੀ ਕੱਟ ਰਿਹਾ, ਕੋਈ ਸਬਜ਼ੀ ਬਣਾ ਰਿਹਾ, ਕੋਈ ਸਬਜ਼ੀ ਵਰਤਾ ਰਿਹਾ, ਕੋਈ ਲੰਗਰ ਵਿੱਚ ਸਫਾਈ ਕਰ ਰਿਹਾ, ਕੋਈ ਜੂਠੇ ਬਰਤਨ ਸਾਫ਼ ਕਰ ਰਿਹਾ। ਇਹ ਕੀ ਆ? ਸੇਵਾ। ਪਰ ਇਹ ਕੰਮ ਹੋਟਲਾਂ ਵਿੱਚ ਵੀ ਤੇ ਹੋ ਰਹੇ ਨੇ। ਹੋਟਲ ਦੇ ਵਿੱਚ ਵੀ ਕੋਈ ਸਬਜ਼ੀ ਕੱਟ ਰਿਹਾ ਹੈ, ਕੋਈ ਬਣਾ ਰਿਹਾ ਹੈ, ਕੋਈ ਪਰੋਸ ਰਿਹਾ ਹੈ, ਕੋਈ ਰੋਟੀ ਬਣਾ ਕੇ ਵਰਤਾ ਰਿਹਾ ਹੈ। ਪਰ ਅਸੀਂ ਉੱਥੇ ਸੇਵਾ ਕਿਉਂ ਨਹੀਂ ਕਹਿੰਦੇ? ਅਸੀਂ ਗੁਰਦੁਆਰੇ ਦੇ ਵਿੱਚ, ਧਾਰਮਿਕ ਅਸਥਾਨਾਂ ਦੇ ਵਿੱਚ ਤੇ ਕਹਿ ਦਿੰਦੇ ਇਹ ਸੇਵਾ ਹੈ। ਕੋਈ ਦਰੀਆਂ ਝਾੜ ਰਿਹਾ, ਸੇਵਾ ਹੈ। ਕੋਈ ਬਰਤਨ ਸਾਫ਼ ਕਰ ਰਿਹਾ, ਸੇਵਾ ਹੈ। ਪਰ ਹੋਟਲ ਦੇ ਵਿੱਚ ਵੀ ਤੇ ਉਹ ਕੰਮ, ਕੋਈ ਟੇਬਲ ਸਾਫ਼ ਕਰ ਰਿਹਾ, ਕੋਈ ਰੋਟੀ ਦੇ ਰਿਹਾ, ਕੋਈ ਸਬਜ਼ੀ ਕੱਟ ਰਿਹਾ, ਕੋਈ ਬਣਾ ਰਿਹਾ, ਉੱਥੇ ਵੀ ਤੇ ਇਹ ਕੰਮ। ਉੱਥੇ ਅਸੀਂ ਸੇਵਾ ਕਿਉਂ ਨਹੀਂ ਕਹਿੰਦੇ? ਕਿਉਂਕਿ ਉੱਥੇ ਸਾਰੇ ਤਨਖਾਹਦਾਰ ਨੇ। ਉੱਥੇ ਉਹਨਾਂ ਨੂੰ ਆਪਣੇ ਮਾਲਕ ਤੇ ਆਸ ਹੈ ਕਿ ਮਹੀਨਾ ਹੋਏਗਾ ਸਾਡਾ ਮਾਲਕ ਸਾਡੀ ਸੈਲਰੀ ਦੇਗਾ। ਅਸੀਂ ਉਹਨਾਂ ਦੇ ਕੰਮ ਨੂੰ ਸੇਵਾ ਨਹੀਂ ਕਹਿੰਦੇ, ਅਸੀਂ ਉਹਨਾਂ ਨੂੰ ਨੌਕਰ ਕਹਿੰਦੇ ਆ, ਉਹਨਾਂ ਦੀ ਨੌਕਰੀ ਕਹਿੰਦੇ ਆ, ਉਹਨਾਂ ਦੀ ਜੌਬ ਕਹਿੰਦੇ ਆ। ਪਰ ਜਦੋਂ ਉਹ ਕੰਮ ਧਰਮ ਅਸਥਾਨ ਤੇ ਕੀਤੇ ਜਾਂਦੇ ਨੇ, ਅਸੀਂ ਕਹਿੰਦੇ ਜੀ ਇਹ ਸੇਵਾ ਹੈ। ਇਹਦਾ ਮਤਲਬ ਸੇਵਾ ਵਿੱਚ ਤੇ ਨੌਕਰੀ ਵਿੱਚ ਫਰਕ ਹੈ। ਨੌਕਰੀ ਵਿੱਚ ਤਲਬ ਮਿਲਦੀ ਹੈ, ਨੌਕਰੀ ਦੇ ਵਿੱਚ ਨੌਕਰ ਨੂੰ ਮਾਲਕ ਤੇ ਆਸ ਹੈ, ਇਹ ਮੈਨੂੰ ਮਹੀਨੇ ਬਾਅਦ ਮੇਰੀ ਮਜ਼ਦੂਰੀ ਦੇਗਾ। ਪਰ ਜਦੋਂ ਅਸੀਂ ਸੇਵਾ ਕਰਦੇ ਹਾਂ, ਇੱਥੇ ਆਸ ਕੋਈ ਨਹੀਂ, ਇਹ ਤਾਂ ਸੇਵਾ ਹੈ, ਇੱਥੇ ਤਾਂ ਸੇਵਾ ਹੈ। ਮੈਂ ਨਹੀਂ ਕਹਿ ਰਿਹਾ, ਬਾਬੇ ਨੇ ਬਾਣੀ ਵਿੱਚ ਕਿਹਾ, ਸ਼ਬਦ ਪੜੋ, ਸੇਵਾ ਕਰਤ ਹੋਏ ਨੇਹ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਹੁਣ ਕੀ ਕਹਿੰਦੇ? ਸੇਵਾ ਕਰਤ ਹੋਏ ਨੇਹ ਕਾਮੀ। ਨੇਹ ਕਾਮੀ ਦਾ ਅਰਥ ਹੀ ਕੀ ਆ? ਕਾਮਨਾ ਤੋਂ ਰਹਿਤ ਹੋ ਕੇ। ਜੇ ਪ੍ਰਸ਼ਾਦੇ ਵਰਤਾ ਰਿਆ, ਤੇਰੇ ਅੰਦਰ ਕੋਈ ਕਾਮਨਾ ਨਾ ਹੋਵੇ,
जे उत्थे झूठे बर्तन साफ कर रहे तेरे अंदर कामना ना होवे, फल की इच्छा ना होवे, मैं फिर वो अर्थ लवां, फल की इच्छा ना होवे, जदों तू सेवा करें निरस्वार्थ होके करें। और ये दावा है मालक एक तिल नहीं भन्नै घाले, मालक एक तिल भी किसी की कीती हुई मेहनत नूं व्यर्थ नहीं जाण दिंदा। एक तिल भी, तिल का मतलब थोड़ा जिहा, किसी की कीती हुई थोड़ी जी सेवा नूं भी व्यर्थ नहीं जाण दिंदा, उहदा भी फल मिलता है। पर मिलता कदों है ये मालक जानता है, वो सेवा का फल मिलता कदों है ये मालक नूं पता, उन्हें कदों उहदा फल देना ये उन्होंने पता। असी निरस्वार्थ हो जाइए, असी आस ना रखिए, पर जदों असी आस रख के काम करते हैं फिर माफ करियो सेवा नहीं, फिर वो मजदूरी बन जाती कि मैं ये काम तेरा करांगा तू मेरा ये काम कर दे, मैं तेरे चार आए हुए जिहड़े मेहमान ने संगत कह लीए इन्हां नूं प्रशादा छका दांगा तू मैनूं इहदे बदले आ दे दे, ये तो मजदूरी होगी। पर सतगुरु कहते नहीं, सेवा करदे आ फल की आस ना रख, पर मालक वो फल देगा। जदों असी फल की आस रखते हैं ना फिर असी मालक नाल गिला करते हैं भी मैं इन्ना काम किया तू मैनूं इहदे बदले कुछ दिता ही नहीं। पढ़ो सुखमनी साहब, सतगुरु कहते 10 वस्तु ले पाशे पावे, एक वस्तु कारण बिखोट गवावे। 10 वस्तुआं लैके संभाल लईयां किहदे कोलों, मालक कोलों मंग के लईयां, मालक कोलों घर मंगिया मिल गया, गड्डी मंगी मिल गई, पैसे मंगे मिल गए, पदार्थ मंगे मिल गए। 10 वस्तुआं मंगियां मालक ने दे दित्तियां, 10 वस्तु लैके पाशे पावे कि संभाल लिया रख लिया। पर जदों 11वीं मंगी हुण मालक ने वेख्या भी नहीं ये अजे योग नहीं, समा हुण ते दे दांगे, अजे ये योग नहीं, मालक ने नहीं दित्ती, ओदी रजा दे देगा समा आउण ते, अजे उन्होंने पता है संभालण दे योग नहीं, उन्हें नहीं दित्ती। 10 वस्तु ले पाशे पावै, एक वस्तु कारण बिखोट गवावे, पर एक 11वीं वस्तु करके अपना विश्वास गवा लिया। एक भी ना दे, सतगुरु कहते जे मालक को एक भी ना दिंदा, जिन्हें तेनों पहला 10 दित्तियां, जे वो तेनों 10 विचों एक भी ना दिंदा, एक भी ना दे, तेनों एक भी वस्तु ना दिंदा जां दवे, ते जिहड़ी तेनों पहला 10 दित्तियां वो भी तेरे कोलों लै लवे, एक भी ना दे 10 भी हिर ले, 10 दित्तियां भी तेरे कोलों वापस लै ले। तो मूड़ा कहो कहाँ करे, कहन लगे मूर्खा दस तू कुछ कर सकदा, जे उन्हें तेनों 11वीं नहीं दित्ती ओदी रजा, पर जिहड़ियां तेनों 10 दित्तियां जे वो भी वो वापस लै लवे, तू कुछ कर सकदा। पर तू एक वस्तु करके मालक दे नालों विश्वास तोड़ रहे हैं, गिले कर रहे हैं मालक ते, शिकवे कर रहे हैं मालक ते। तो मूड़ा कहो कहाँ करे, सतगुरु कहते इवें ना करिया कर, जिन्हें तेनों 10 दित्तियां 11वीं भी देगा, तू होर मंगी होर भी देगा, क्योंकि वो घर में कोई घाटा नहीं, पर वो उदों देगा जदों तू उस वस्तु नूं संभालण दे योग हो गया। अरदास करिया कर, जिस ठाकुर स्यों नहीं चारा ताको कीजै सद नमस्कार, जिस मालक अगे तेरा कोई चारा नहीं उन्होंने नमस्कार करिया कर। मैं ये सारी बेनती तां कर रहा प्यार वालिओ, असल दे विच साडा फर्ज है सेवा करना, मालक नूं याद करना, बाणी पढ़नी, समझनी, विचारनी। असी फल की इच्छा तो रहत हो के उन्होंने चेते करिए, समा आउंदा है मालक उस कीती सेवा नूं भाग लाउंदा है। इतिहास पढ़ो, लाए ने भाग। बाबा अमरदास फल की इच्छा लैके नहीं सी आए, बाबा अमरदास ते गुरु मन के अपने अंदर आत्मिक तौर पे टकाओ प्राप्त करके, गुरु की बाणी सुन के, गुरु दियां विचारां सुन के अंदर खेड़ा प्राप्त करके सेवा करते हैं, चाह नाल सेवा करते हैं। पर कमाल की गल, जिदन बाबे ने सेवा थाएं पाई, उदन बाबा अमरदास बजुर्गी की हालत में जाके इन्नी सेवा की, ते बाबा अमरदास गुरु नानक दी जोत का तीजा वारस बन के गुरु अमरदास बन गया। भाई जेठा जिन्हों लाहौर के लोगों ने कह दिता सी ये यतीम हो गया,
इन्हें अपने माँ बाप खा लए। ते जिस दिन नानी लाहौर की धरती तो अपने दोते जेठे नूं नाल लैके दरवाजा बंद करके तुरी सी, उदण कोई तोड़न वाला भी नहीं सी कि जेठा अपने माँ बाप नूं खा गया। पर अज जदों सेवा कीती, जदों अंदरों जुड़ के सेवा की, लालसा कोई नहीं, फल की इच्छा कोई नहीं, अंदरों जुड़ के सेवा की ते सेवा थाए पई। उदण बाबे अमरदास ने जेठे तो गुरु रामदास महाराज बना दिता। और अज गुरु रामदास महाराज जी नूं असी सारे हाथ जोड़ के बेनतियां करते हैं, एक अरदास भाट कीरत की गुरु रामदास रखो शरणाई। अज असी बेनतियां करते हैं, गुरु रामदास सानू अपनी शरण में रख ला। जिहड़े गुरु रामदास नूं कल तक कोई अपना बनाउण लई तैयार नहीं सी, चाचे ताए होणगे शरीके विच, कोई अपना बनाउण लई तैयार नहीं सी, अज उसे गुरु रामदास महाराज जी दे दर ते अरदासां करके सारे कहिंदे कि अपने दर ते सानू रख ला, थां दे दे। और तुसीं हैरान होवोगे, जिस भाई जेठे नूं कल तक किसी ने उहदी गरीबी करके उन्होंने यतीम होने करके धी नहीं सी दिती, गुरु अमरदास महाराज ने अपनी पुत्री का विआह किया। और अज गुरु रामदास महाराज जी दियां उच्चारण कीतियां लावां तो बिना सिख समाज दे विच गुरु रामदास महाराज जी दियां उच्चारण कीतियां लावां दे पाठ तो बिना सिख दे बच्चे ते बच्ची का विआह संपूर्ण नहीं मन्निया जाता। वो गुरु रामदास महाराज सेवा करके भाई जेठे तो गुरु रामदास बने ने। मालक ने कीती सेवा किते व्यर्थ, जान दी सेवा व्यर्थ। भाई मंझ ने सेवा की, भाई मंझ साहब ने सेवा की, इन्नी सेवा की कि गुरु अर्जन साहब महाराज कहते मंझ प्यारा गुरु को, गुर मंझ प्यारा, मंझ गुरु का बोहे था, जग लंघनारा। जान दी सेवा व्यर्थ। सतगुरु कहते तू सेवा निरस्वार्थ होके कर, स्वार्थ ना रखी, शर्ते स्वार्थ ना रखी, सेवा करत। आ पंक्ति किते पढ़दे हृदय विच वसा लईए कि सेवा करत होए नेह कामी, तिसको होत प्राप्त सुआमी। बस आ पंक्ति साडे हृदय विच वस जाए। सतगुरु कहते वो मालक परमात्मा साडी कीती सेवा व्यर्थ नहीं जान दिंदा। वो मालक परमात्मा ਉਹਦਾ फल जरूर दिंदा है, पर असी वो फल की इच्छा ना रखीए। सतगुरु जी ने बचन किया, रहाओ दा बंद हर हर सिमरो संत गोपाला। हे सत संगियो, उस धरती नूं पालनहार गोपाल, गो का अर्थ है धरती, पाल का अर्थ है पालन वाला, धरती नूं पालन वाला परमात्मा। हे सत संगियो, उस धरती नूं पालनहार परमात्मा नूं सिमरदे रहो, याद करते रहो। हर हर सिमरो, उस परमात्मा नूं सिमरदे रहो, याद करते रहो, जिहड़ा सारी सृष्टि नूं पालन वाला है। फिर की बचन करदे, साध संग मिल नाम धियावो, पूरन होवै काला। साध संग मिल, साध संगत नूं मिल के नाम धियावो, परमात्मा का नाम धियावो, उन्हों याद करो, उहदे निजमां नूं चेते विच रखो। फिर की होएगा, पूरन होवै घाला। ये तेरी घाल आ, मेहनत आ तेरी। ये जिहड़ा तू सत संगत कर रहा है, तेरी मेहनत आ। ये जिहड़ी तू मनुखता की सेवा कर रहा है, तेरी मेहनत आ। पूरन होवै घाला, घाला का अर्थ घालना, मेहनत। कहते तेरी जिहड़ी कीती हुई मेहनत है वो सफल होवेगी। पूर्ण होवे, पूर्ण मतलब सफल, वो तेरी कीती हुई सेवा सफल होवेगी, व्यर्थ नहीं जाती। बस तू सत संगत नाल मिल के उन्होंने याद करता रहो। पहले पदे विच फिर सतगुरु ने दृढ़ता दी। गुरु अर्जन साहब कहते जाकै सिमरन सब कश पाइए, बिरथी घाल ना जाई। जाकै सिमरन, सिमरन दे नाणे नूं सिहारी है, सिमरन दे राही, सिमरन दे नाल। सिमरन दा अर्थ याद करना। जिस परमात्मा नूं याद करन दे नाल सब कश पाई है, सब कुछ। ऐसी कोई चीज़ नहीं जिहड़ी ना मिले। उस परमात्मा नूं याद कीतियां कोई तोट ही नहीं आउंदी, कोई कमी नहीं आउंदी।
उस परमात्मा नूं याद कीतियां किसी चीज़ की घाट नहीं रहिंदी। सतगुरु कहंदे जिस परमात्मा नूं याद कीतियां किसी चीज़ की कमी नहीं आउंदी, उहदी बरकत दे नाल सब पदार्थ मिल जाते ने। बिरथी घाल ना जाई, ते उहनूं याद करन दे नाल जिहड़ी असीं मेहनत कीती ना, उहनूं याद कीतियां जिहड़ी मेहनत कीती, सतगुरु कहंदे बिरथी, बिरथी दा अर्थ हुंदा व्यर्थ, घाल घालना मेहनत, कहंदे वो कीती होई मेहनत व्यर्थ नहीं जाती। मालक परमात्मा, मैं फिर बेनती कर रहा, मालक परमात्मा उस कीती हुई घालना नूं मेहनत नूं फल लाउंदा है। फिर शब्द कह देवां, एक तिल नहीं भन्नै घाले। तिल का मतलब थोड़ा जिहा, वो थोड़ी जी भी घालना व्यर्थ नहीं जान दिंदा। किते थोड़ी जी भी घालना घाल लो, वो व्यर्थ नहीं जान दिंदा। फिर सतगुरु जी वचन करते ने, सार संभालै नित प्रतिपालै, प्रेम सहत गल लावै। सार संभालै, वो परमात्मा सारे पैदा किए हुए जीवां की सार लैंदा है। सार संभालै, ते सार लैके, सार दे रारे नूं सिहारी है, सार लैके। सार दा वैसे अर्थ हुंदा खबर। आपां किसे नूं कहने ना भी यार तू कोई सार ही नहीं लई मेरी, सार दा अर्थ खबर। सार संभालै, खबर लैके, सार दे रारे नूं सिहारी संबंधकी तौर पर है। सार लैके, खबर लैके, संभाले, संभाल करता है। सार संभालै, वो परमात्मा सारे जीवां की खबर लैके ना, खबर रखदा सारियां दी, तो सारियां दी खबर रख के सारियां दी संभाल करता है। जिवें जिवें किसी की हालत उवें उवें हरेक की संभाल करता है। नित प्रतिपालै, ते नित ही भाव हर रोज निता प्रति हरेक जीव की पालना करता है। सार संभालै नित प्रतिपालै, इन्ना ही नहीं, प्रेम सहत गल लावै। वो प्रेम दे नाल, प्रेम दे नाल, सहत दा अर्थ हुंदा नाल, गल लावै, प्रेम दे नाल अपने गले नाल भी लाउंदा है। पता क्यों लाया गले नाल? क्योंकि घालना कीती ना, मेहनत कीती, उहनूं याद कीता, उहदी लुकाई जिहड़ी आ पैदा कीती, उहदी सेवा कीती, जिन्नी कर सकदे सी कीती, थोड़ी तो थोड़ी, बहुती तो बहुती, जिन्नी कर सकदे सी कीती। सार संभालै नित प्रतिपालै, प्रेम सहत गल लावै। कहंदे वो परमात्मा अपनी लुकाई नूं, अपने जीवां नूं गल दे नाल लाउंदा है। प्रेम सहत गल लावै, अपने प्यारियां नूं गल नाल लाउंदा है, प्यार दिंदा है, असीसां दिंदा है। कहो नानक प्रभ तुमरे बिसरत, जगत जीवन कैसे पावै। कहो नानक, नानक आखदा है, प्रभ हे परमात्मा तुमरे बिसरत, हे परमात्मा तैनू वसार के, तैनू भुला के। बिसरत दा अर्थ हुंदा वसारना, भुलाउणा। हे परमात्मा तैनू वसार के जीवां नूं जगत जीवन कैसे पावै। जगत जीवन, जगत नूं जीवन देण वाला परमात्मा, हे परमात्मा तैनू भुला के, जगत नूं जीवन देण वाले प्रभु तैनू वसार के कैसे पावै। जीवन दी समझ किवें प्राप्त की जा सकती है, जीवन नूं जीउण दा ढंग किवें प्राप्त किया जा सकता है। हे प्रभु तैनू भुला के सानू जीवन की समझ नहीं मिल सकती, क्योंकि तू जिंदगी का असल विच सहारा है, तू जीवन का आसरा है। परमात्मा अपने सेवकां नूं अपने गले नाल लाउंदा है, पर तां जे असीं उहनूं याद करते हुए इच्छा, फल की इच्छा तो रहत हो के उहदी लुकाई की सेवा करिए, उहनूं याद करिए, वो परमात्मा प्रसन्न होके अपने गले नाल लाउंदा है। और नाल गुरु अर्जन साहब जी ने आखिरी पंक्ति विच ये भी गल कह दी कि वो मालक परमात्मा नूं जे भुला दईए ना, जे भुल जाइए तो फिर साडे जीवन नूं किवें जीउणा, ये गल की समझ ही नहीं आउंदी, ढंग ही नहीं पता लगता। क्योंकि जीवन नूं किवें जीउणा, जीवन का जीउण का ढंग की है, तरीका की है, ये मालक परमात्मा तो पता लगता है। सतगुरु मेहर करन इस पावन शब्द विचों जे आपां केवल एक दो गल्लां अपने
ਜ਼ਿਹਨ ਵਿੱਚ ਵਸਾ ਲਈਏ ਕਿ ਉਸ ਪ੍ਰਮਾਤਮਾ ਨੂੰ ਸਤ ਸੰਗਤ ਨਾਲ ਮਿਲ ਕੇ ਯਾਦ ਕਰਨਾ ਹੈ। ਇਹ ਗੁਰੂ ਦਾ ਹੁਕਮ ਹੈ ਤੇ ਗੁਰੂ ਦਾ ਹੁਕਮ ਮੰਨ ਕੇ ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ, ਚੇਤੇ ਕਰਦੇ ਹਾਂ, ਇਸ ਲੁਕਾਈ ਦੀ ਸੇਵਾ ਕਰਦੇ ਹਾਂ ਜਿੰਨੀ ਹੋ ਸਕਦੀ, ਫਿਰ ਉਹ ਮਾਲਕ ਪ੍ਰਮਾਤਮਾ ਸਾਡੀ ਇਹ ਕੀਤੀ ਹੋਈ ਸੇਵਾ, ਇਹ ਘਾਲਣਾ ਵਿਅਰਥ ਨਹੀਂ ਜਾਣ ਦਿੰਦਾ। ਅਸੀਂ ਇੱਛਾ ਤੋਂ ਰਹਿਤ ਹੋ ਕੇ, ਹਮੇਸ਼ਾ ਇੱਛਾ ਤੋਂ ਰਹਿਤ ਹੋ ਕੇ, ਫਲ ਦੀ ਇੱਛਾ ਤੋਂ ਮੁਕਤ ਹੋ ਕੇ ਉਸ ਪ੍ਰਮਾਤਮਾ ਨੂੰ ਜਿੰਨਾ ਚੇਤਾ ਕਰ ਸਕਦੇ ਹਾਂ ਕਰੀਏ, ਫਿਰ ਉਹ ਮਾਲਕ ਪ੍ਰਮਾਤਮਾ ਜ਼ਰੂਰ ਆਪਣੇ ਗਲ ਨਾਲ ਲਾਉਂਦਾ ਹੈ। ਉਹ ਪ੍ਰਮਾਤਮਾ ਆਪਣੇ ਗਲ ਨਾਲ ਲਾ ਕੇ ਪਿਆਰ ਬਖਸ਼ਿਸ਼ ਕਰਦਾ ਹੈ। ਪਰ ਜਿਹੜੇ ਫਿਰ ਵੀ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਫਿਰ ਉਹ ਜੀਵਨ ਨੂੰ ਕਿਵੇਂ ਜਿਉ ਸਕਦੇ ਨੇ, ਉਹਨਾਂ ਨੂੰ ਜੀਵਨ ਜਿਉਣ ਦਾ ਢੰਗ ਕਿਵੇਂ ਆ ਸਕਦਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਚੇਤੇ ਨਹੀਂ। ਸਤਿਗੁਰੂ ਕਿਰਪਾ ਕਰਨ ਅਸੀਂ ਸਤ ਸੰਗਤ ਨਾਲ ਜੁੜ ਕੇ ਅਕਾਲ ਪੁਰਖ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖ ਕੇ ਹਮੇਸ਼ਾ ਲੁਕਾਈ ਦੀ ਸਤ ਸੰਗਤ ਦੀ ਸੇਵਾ ਕਰਦੇ ਰਹੀਏ ਤਾਂ ਕਿ ਸਾਡਾ ਇਹ ਜੀਵਨ ਸੁਹੇਲਾ ਬਣ ਸਕੇ। ਸ਼ਬਦ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਜੀ। ਫਤਿਹ ਦੀ ਸਾਂਝ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀ ਨਾਮ ਕਰੀਮ।